ਅੱਜ ਆਓ ਅਸੀਂ ਤੋਬਾ ਕਰੋ ਅਤੇ ਪਰਮੇਸ਼ਵਰ ਵੱਲ ਮੁੜੋ। ਉਪਦੇਸ਼ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਜਦੋਂ ਅਸੀਂ ਇਸ ਧਰਤੀ ਤੇ ਸਰੀਰ ਵਿੱਚ ਪੈਦਾ ਹੋਏ ਤਾਂ ਅਸੀਂ ਸਵਰਗ ਬਾਰੇ ਸਭ ਕੁਝ ਭੁੱਲ ਗਏ ਸੀ। ਸਾਨੂੰ ਯਾਦ ਨਹੀਂ ਰਿਹਾ ਕਿ ਸਵਰਗ ਵਿੱਚ ਕੀ ਹੋਇਆ ਸੀ। ਇਸ ਲਈ ਪਰਮੇਸ਼ਵਰ ਨੇ ਨਬੀਆਂ ਨੂੰ ਬਾਈਬਲ ਵਿੱਚ ਸਾਡੇ ਪਿਛਲੇ ਜੀਵਨ ਬਾਰੇ ਲਿਖਣ ਦਿੱਤਾ ਅਤੇ ਸਾਨੂੰ ਸਿਖਾਇਆ ਕਿ ਅਸੀਂ ਇਸ ਧਰਤੀ ਤੇ ਇੱਕ ਅਰਥਹੀਣ ਜੀਵਨ ਜਿਉਣ ਅਤੇ ਨਾਸ਼ ਹੋਣ ਲਈ ਪੈਦਾ ਨਹੀਂ ਹੋਏ ਹਾਂ। ਸਾਡੀ ਮੌਜੂਦਗੀ ਦਾ ਇੱਕ ਖਾਸ ਅਰਥ ਹੈ। ਫਿਰ ਆਓ ਅਸੀਂ ਜਾਣੀਏ ਕਿ ਬਾਈਬਲ ਸਾਡੇ ਪਾਪਾਂ ਬਾਰੇ ਕਿਵੇਂ ਦੱਸਦੀ ਹੈ। ਆਓ ਅਸੀਂ ਯਸਾਯਾਹ ਦੀ ਕਿਤਾਬ ਅਧਿਆਇ 53 ਵਚਨ 1 ਉੱਤੇ ਇੱਕ ਨਜ਼ਰ ਪਾਈਏ। ਸਾਡੇ ਪ੍ਰਚਾਰ ਦੀ ਕਿਸ ਨੇ ਪ੍ਰਤੀਤ ਕੀਤੀ ਅਤੇ ਯਹੋਵਾਹ ਦੀ ਭੁਜਾ ਕਿਸ ਦੇ ਉੱਤੇ ਪ੍ਰਗਟ ਹੋਈ। ਉਹ ਤਾਂ ਕੂੰਬਲ ਵਾਂਗ ਉਹਦੇ ਅੱਗੇ ਅਤੇ ਸੁੱਕੀ ਧਰਤੀ ਵਿੱਚੋਂ ਜੜ ਵਾਂਗ ਫੁੱਟ ਨਿਕਲਿਆ। ਉਸ ਦਾ ਨਾ ਕੋਈ ਰੂਪ ਸੀ ਨਾ ਕੋਈ ਸਰੂਪ ਸੀ ਅਤੇ ਜਦ ਅਸੀਂ ਉਸ ਨੂੰ ਵੇਖੀਏ ਤਾਂ ਕੋਈ ਸੁਹੱਪਣ ਨਹੀਂ ਪਈ ਅਸੀਂ ਉਹਨੂੰ ਪਸੰਦ ਕਰੀਏ। ਉਹ ਤੁੱਛ ਅਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ ਸੀ, ਇੱਕ ਦੁਖੀਆ ਮਨੁੱਖ, ਸੋਗ ਦਾ ਜਾਣੂ ਅਤੇ ਉਸ ਵਾਂਗ ਜਿਸ ਤੋਂ ਲੋਕ ਮੂੰਹ ਲੁਕਾਉਂਦੇ। ਉਹ ਤੁੱਛ ਜਾਤਾ ਗਿਆ ਅਤੇ ਅਸਾਂ ਉਸ ਦੀ ਕਦਰ ਨਾ ਕੀਤੀ। ਵਚਨ 4 ਸੱਚਮੁੱਚ ਉਹਨੇ ਸਾਡੇ ਗਮ ਚੁੱਕ ਲਏ ਅਤੇ ਸਾਡੇ ਦੁੱਖ ਉਠਾਏ, ਪਰ ਅਸਾਂ ਉਸ ਨੂੰ ਮਾਰਿਆ ਹੋਇਆ, ਪਰਮੇਸ਼ੁਰ ਦਾ ਕੁੱਟਿਆ ਹੋਇਆ ਅਤੇ ਭੰਨਿਆ ਹੋਇਆ ਸਮਝਿਆ। ਆਓ ਅਸੀਂ ਵਚਨ 5 ਵੇਖੀਏ। ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ। ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ। ਅਸੀਂ ਸਾਰੇ ਭੇਡਾਂ ਵਾਂਗ ਭੁੱਲੇ ਫਿਰਦੇ ਸਾਂ, ਅਸੀਂ ਆਪਣੇ ਆਪਣੇ ਰਾਹਾਂ ਨੂੰ ਮੁੜੇ ਅਤੇ ਯਹੋਵਾਹ ਨੇ ਸਾਡੀ ਸਾਰਿਆਂ ਦੀ ਬਦੀ ਉਸ ਉੱਤੇ ਲੱਦੀ। ਯਸਾਯਾਹ ਅਧਿਆਇ 53 ਵਿੱਚ ਇਹ ਦਰਜ ਕਰਦਾ ਹੈ ਕਿ ਜਦੋਂ ਮਸੀਹ ਇਸ ਧਰਤੀ ਤੇ ਸਰੀਰ ਵਿੱਚ ਆਉਣਗੇ ਤਾਂ ਉਹ ਸਲੀਬ ਉੱਤੇ ਦੁੱਖ ਝੱਲਣਗੇ। ਯਿਸੂ ਦੇ ਧਰਤੀ ਉੱਤੇ ਆਉਣ ਤੋਂ ਲਗਭਗ 700 ਸਾਲ ਪਹਿਲਾਂ ਨਬੀ ਯਸਾਯਾਹ ਨੇ ਇਹ ਦਰਜ ਕੀਤਾ ਸੀ। ਮਸੀਹ ਜਿਸ ਪੀੜਾ ਤੋਂ ਲੰਘੇ ਉਹ ਸਾਡੇ ਪਾਪਾਂ ਕਰਕੇ ਸੀ। ਜਦੋਂ ਅਸੀਂ ਯਸਾਯਾਹ ਅਧਿਆਇ 53 ਪੜ੍ਹਦੇ ਹਾਂ ਤਾਂ ਅਸੀਂ ਆਸਾਨੀ ਨਾਲ ਸਮਝ ਸਕਦੇ ਹਾਂ ਕਿ ਇਸ ਧਰਤੀ ਉੱਤੇ ਸੁੱਟੇ ਜਾਣ ਤੋਂ ਪਹਿਲਾਂ ਮਨੁੱਖ ਜਾਤੀ ਨੇ ਸਵਰਗ ਵਿੱਚ ਕੀ ਕੀਤਾ ਸੀ। ਆਓ ਅਸੀਂ ਯਸਾਯਾਹ ਦੀ ਕਿਤਾਬ ਦੇ ਅਧਿਆਇ 50 ਵਚਨ 1 ਉੱਤੇ ਇੱਕ ਨਜ਼ਰ ਪਾਈਏ। ਯਹੋਵਾਹ ਉਹ ਆਖਦਾ ਹੈ, ਤੁਹਾਡੀ ਮਾਂ ਦੀ ਤਿਆਗ ਪੱਤਰੀ ਕਿੱਥੇ ਹੈ ਜਿਹਦੇ ਨਾਲ ਮੈਂ ਉਹਨੂੰ ਛੱਡਿਆ, ਜਾਂ ਮੈਂ ਆਪਣੇ ਕਿਹੜੇ ਲੈਣਦਾਰ ਕੋਲ ਤੁਹਾਨੂੰ ਵੇਚ ਦਿੱਤਾ। ਵੇਖੋ, ਤੁਸੀਂ ਆਪਣੀਆਂ ਬਦੀਆਂ ਦੇ ਕਾਰਨ ਵੇਚੇ ਗਏ ਅਤੇ ਤੁਹਾਡੇ ਅਪਰਾਧਾਂ ਦੇ ਕਾਰਨ ਤੁਹਾਡੀ ਮਾਂ ਕੱਢੀ ਗਈ। ਇੱਥੇ ਇਹ ਕਹਿੰਦਾ ਹੈ ਤੁਹਾਡੇ ਅਪਰਾਧਾਂ ਦੇ ਕੰਮਾਂ ਅਤੇ ਤੁਹਾਡੇ ਅਪਰਾਧਾਂ ਦੇ ਕਾਰਨ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਸਵਰਗ ਵਿੱਚ ਸਾਡੇ ਪਾਪਾਂ ਅਤੇ ਅਪਰਾਧਾਂ ਨੇ ਸਾਨੂੰ ਪਰਮੇਸ਼ਵਰ ਤੋਂ ਦੂਰ ਕਰ ਦਿੱਤਾ। ਆਓ ਅਸੀਂ ਉਸੇ ਯਸਾਯਾਹ ਦੀ ਕਿਤਾਬ ਅਧਿਆਇ 59 ਉੱਤੇ ਜਾਈਏ। ਯਸਾਯਾਹ ਅਧਿਆਇ 59 ਵਚਨ 1 ਵਿੱਚ ਲਿਖਿਆ ਹੈ, ਵੇਖ, ਯਹੋਵਾਹ ਦਾ ਹੱਥ ਛੋਟਾ ਨਹੀਂ ਪਈ ਉਹ ਬਚਾਵੇ ਨਾ, ਉਹਦੇ ਕੰਨ ਭਾਰੀ ਨਹੀਂ ਪਈ ਉਹ ਸੁਣੇ ਨਾ, ਸਗੋਂ ਤੁਹਾਡੀਆਂ ਬਦੀਆਂ ਨੇ ਤੁਹਾਡੇ ਵਿੱਚ ਅਤੇ ਤੁਹਾਡੇ ਪਰਮੇਸ਼ੁਰ ਵਿੱਚ ਜੁਦਾਈ ਪਾ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਸਾਡੀਆਂ ਬਦੀਆਂ ਦੇ ਕੰਮਾਂ ਨੇ ਸਾਨੂੰ ਪਰਮੇਸ਼ਵਰ ਤੋਂ ਦੂਰ ਕਰ ਦਿੱਤਾ ਹੈ ਅਤੇ ਤੁਹਾਡੇ ਪਾਪਾਂ ਨੇ ਉਹਦਾ ਮੂੰਹ ਤੁਹਾਥੋਂ ਲੁਕਾ ਦਿੱਤਾ ਹੈ ਪਈ ਉਹ ਨਾ ਸੁਣੇ। ਤੁਹਾਡੇ ਹੱਥ ਤਾਂ ਲਹੂ ਨਾਲ ਲਿਬੜੇ ਹੋਏ ਹਨ ਅਤੇ ਤੁਹਾਡੀਆਂ ਉਂਗਲੀਆਂ ਬਦੀ ਨਾਲ, ਤੁਹਾਡੇ ਬੁੱਲ ਝੂਠ ਮਾਰਦੇ ਹਨ, ਤੁਹਾਡੀ ਜੀਭ ਬਦੀ ਬਕਦੀ ਹੈ। ਇੱਥੇ ਯਸਾਯਾਹ ਦੀ ਕਿਤਾਬ ਅਧਿਆਇ 59 ਵਿੱਚ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਸਾਡੀ ਬਦੀ ਦੇ ਕੰਮਾਂ ਨੇ ਸਾਨੂੰ ਪਰਮੇਸ਼ਵਰ ਤੋਂ ਵੱਖ ਕਰ ਦਿੱਤਾ ਹੈ ਅਤੇ ਪਰਮੇਸ਼ਵਰ ਤੋਂ ਦੂਰ ਹੋਣ ਲਈ ਪਾਪ ਕਰਨ ਲਈ ਮਜਬੂਰ ਕੀਤਾ ਹੈ। ਆਓ ਅਸੀਂ ਇੱਕ ਯੂਹੰਨਾ ਅਧਿਆਇ 1 ਉੱਤੇ ਜਾਈਏ।
ਆਓ ਅਸੀਂ ਵਚਨ 8 ਵੇਖੀਏ। ਜੇ ਆਖੀਏ ਭਈ ਅਸੀਂ ਪਾਪੀ ਨਹੀਂ ਹਾਂ ਤਾਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸੱਚਾਈ ਸਾਡੇ ਵਿੱਚ ਹੈ ਨਹੀਂ। ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫਾਦਾਰ ਅਤੇ ਧਰਮੀ ਹੈ ਭਈ ਸਾਡੇ ਪਾਪਾਂ ਨੂੰ ਮਾਫ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ। ਜੇ ਆਖੀਏ ਭਈ ਅਸਾਂ ਪਾਪ ਨਹੀਂ ਕੀਤਾ ਹੈ ਤਾਂ ਉਹਨੂੰ ਝੂਠਾ ਬਣਾਉਂਦੇ ਹਾਂ ਅਤੇ ਉਹਦਾ ਬਚਨ ਸਾਡੇ ਵਿੱਚ ਨਹੀਂ ਹੈ। ਇੱਥੇ ਇਹ ਲਿਖਿਆ ਹੈ ਕਿ ਜੇ ਅਸੀਂ ਕਹੀਏ ਕਿ ਸਾਡੇ ਵਿੱਚ ਕੁਝ ਵੀ ਪਾਪ ਨਹੀਂ ਹੈ ਤਾਂ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਪਰਮੇਸ਼ਵਰ ਨੂੰ ਝੂਠਾ ਬਣਾਉਂਦੇ ਹਾਂ। ਯਸਾਇਆ ਅਧਿਆਇ 50, 53 ਅਤੇ 59, 1 ਯੂਹੰਨਾ ਅਧਿਆਇ 1 ਅਤੇ ਹੋਰ ਕਈ ਵਚਨਾਂ ਦੁਆਰਾ ਬਾਈਬਲ ਸਾਨੂੰ ਜਾਣਨ ਦਿੰਦੀ ਹੈ ਕਿ ਅਸੀਂ ਸਵਰਗ ਵਿੱਚ ਪਾਪ ਕੀਤਾ ਹੈ। ਸਾਨੂੰ ਪਾਪੀਆਂ ਨੂੰ ਪਾਪਾਂ ਦੀ ਮਾਫੀ ਦੇਣ ਲਈ ਮਸੀਹ ਇਸ ਧਰਤੀ ਉੱਤੇ ਆਏ ਅਤੇ ਸਲੀਬ ਦੇ ਦਰਦ ਨੂੰ ਸਹਿਣ ਕੀਤਾ। ਉਹ ਅਪਮਾਨਿਤ ਹੋਏ ਅਤੇ ਉਹਨਾਂ ਨੇ ਮੌਤ ਤੱਕ ਵੀ ਦੁੱਖ ਝੱਲਿਆ। ਇਹ ਸਾਡੇ ਪਾਪਾਂ ਦੇ ਕਾਰਨ ਸੀ। ਇਹ ਬਾਈਬਲ ਵਿੱਚ ਵਾਰ-ਵਾਰ ਲਿਖਿਆ ਗਿਆ ਹੈ। ਜਿਹੜੇ ਲੋਕ ਆਪਣੇ ਪਾਪਾਂ ਨੂੰ ਯਾਦ ਨਹੀਂ ਰੱਖਦੇ ਉਹ ਦਾਅਵਾ ਕਰ ਸਕਦੇ ਹਨ, ਮੈਂ ਪਾਪ ਤੋਂ ਰਹਿਤ ਹਾਂ, ਮੈਂ ਹੁਣ ਤੱਕ ਇੱਕ ਧਰਮੀ ਜੀਵਨ ਬਤੀਤ ਕੀਤਾ ਹੈ। ਹਾਲਾਂਕਿ ਪਰਮੇਸ਼ਵਰ ਨੇ ਕਿਹਾ ਕਿ ਜੇ ਕੋਈ ਕਹੇ ਉਹਨਾਂ ਨੇ ਸਵਰਗ ਵਿੱਚ ਪਾਪ ਨਹੀਂ ਕੀਤਾ ਅਤੇ ਬਿਨਾਂ ਪਾਪ ਕੀਤੇ ਇਸ ਧਰਤੀ ਤੇ ਆਏ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦੇ ਹਨ ਅਤੇ ਸੱਚਾਈ ਉਹਨਾਂ ਵਿੱਚ ਨਹੀਂ ਹੈ ਅਤੇ ਉਹ ਪਰਮੇਸ਼ਵਰ ਨੂੰ ਝੂਠਾ ਬਣਾਉਂਦੇ ਹਨ। ਜਦੋਂ ਅਸੀਂ ਇਸ ਧਰਤੀ ਉੱਤੇ ਸਰੀਰ ਵਿੱਚ ਸੁੱਟੇ ਗਏ ਸੀ ਤਾਂ ਕੀ ਅਸੀਂ ਆਪਣੀ ਸਵਰਗੀ ਯਾਦਾਂ ਨੂੰ ਨਹੀਂ ਗੁਆਇਆ ਸੀ? ਇਸ ਲਈ ਜਦੋਂ ਯਿਸੂ ਨੇ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਕੀ ਘੋਸ਼ਣਾ ਕੀਤੀ? ਆਓ ਅਸੀਂ ਲੂਕਾ ਦੀ ਇੰਜੀਲ ਦੇ ਅਧਿਆਇ 5 ਵਚਨ 32 ਉੱਤੇ ਇੱਕ ਨਜ਼ਰ ਪਾਈਏ। ਲੂਕਾ ਅਧਿਆਇ 5 ਵਚਨ 32। ਮੈਂ ਧਰਮੀਆਂ ਨੂੰ ਨਹੀਂ ਸਗੋਂ ਉਹਨਾਂ ਦੇ ਆਉਣ ਦਾ ਉਦੇਸ਼ ਕੀ ਹੈ, ਪਾਪੀਆਂ ਨੂੰ ਤੋਬਾ ਦੇ ਲਈ ਬੁਲਾਉਣ ਆਇਆ ਹਾਂ। ਲੂਕਾ ਅਧਿਆਇ 19 ਵਿੱਚ ਲਿਖਿਆ ਹੈ ਕਿ ਯਿਸੂ ਗੁਆਚੇ ਹੋਇਆਂ ਨੂੰ ਲੱਭਣ ਅਤੇ ਮੁਕਤੀ ਦੇਣ ਲਈ ਇਸ ਧਰਤੀ ਤੇ ਆਏ। ਇੱਥੇ ਯਿਸੂ ਕਹਿੰਦੇ ਹਨ, ਮੈਂ ਇਸ ਧਰਤੀ ਉੱਤੇ ਪਾਪੀਆਂ ਨੂੰ ਤੋਬਾ ਕਰਨ ਲਈ ਬੁਲਾਉਣ ਆਇਆ ਹਾਂ। ਇਸ ਲਈ ਇਹ ਪਾਪੀ ਕਿੱਥੋਂ ਆਏ? ਕਿਉਂਕਿ ਪਾਪੀਆਂ ਨੂੰ ਸਵਰਗ ਤੋਂ ਇਸ ਧਰਤੀ ਤੇ ਸੁੱਟ ਦਿੱਤਾ ਗਿਆ ਸੀ, ਇਸ ਲਈ ਯਿਸੂ ਇਸ ਧਰਤੀ ਤੇ ਉਹਨਾਂ ਦੀ ਅਗਵਾਈ ਕਰਨ ਲਈ ਆਏ। ਬਾਈਬਲ ਦੇ ਇਹ ਸਾਰੇ ਵਚਨ ਪਰਮੇਸ਼ਵਰ ਦੀਆਂ ਸੱਚੀਆਂ ਸਿੱਖਿਆਵਾਂ ਹਨ। ਭਾਵੇਂ ਅਸੀਂ ਆਪਣੀ ਸਵਰਗੀ ਯਾਦਾਂ ਨੂੰ ਭੁੱਲ ਗਏ ਹਾਂ, ਪਰ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ, ਮੈਂ ਕੋਈ ਪਾਪ ਤਾਂ ਨਹੀਂ ਕੀਤਾ, ਮੈਂ ਧਰਮੀ ਹਾਂ। ਇਸ ਦੀ ਬਜਾਏ ਸਾਨੂੰ ਬਾਈਬਲ ਦੀਆਂ ਸਿੱਖਿਆਵਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਮਹਿਸੂਸ ਕਰਨਾ ਚਾਹੀਦਾ ਹੈ ਕਿ ਸਵਰਗ ਵਿੱਚ ਸਾਡਾ ਅਜਿਹਾ ਅਤੀਤ ਸੀ। ਅਜਿਹਾ ਕਰਨ ਦੁਆਰਾ ਪਛਤਾਤਾਪ ਦਾ ਕੰਮ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਸਵਰਗ ਅਤੇ ਇਸ ਧਰਤੀ ਤੇ ਸਾਡੇ ਪਾਪਾਂ ਤੋਂ ਮਾਫ ਕੀਤੇ ਜਾ ਸਕੀਏ। ਪੂਰੀ ਬਾਈਬਲ ਵਿੱਚ ਤੋਬਾ ਬਾਰੇ ਬਹੁਤ ਸਾਰੇ ਸ਼ਬਦ ਹਨ। ਆਓ ਅਸੀਂ ਮੱਤੀ ਅਧਿਆਇ 3 ਵਚਨ 1 ਵੱਲ ਜਾਈਏ। ਉਹਨੀ ਦਿਨੀ ਯੂਹੰਨਾ ਬਪਤਿਸਮਾ ਦੇਣ ਵਾਲਾ ਆਣ ਕੇ ਯਹੂਦੀਆ ਦੇ ਉਜਾੜ ਵਿੱਚ ਪ੍ਰਚਾਰ ਕਰਦੇ ਹੋਏ ਕਹਿਣ ਲੱਗਾ, ਉਹ ਕੀ ਕਹਿ ਰਿਹਾ ਸੀ? ਤੋਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ। ਯੂਹੰਨਾ ਬਪਤਿਸਮਾ ਦੇਣ ਵਾਲਾ ਏਲੀਯਾਹ ਦੇ ਮਿਸ਼ਨ ਨਾਲ ਆਇਆ ਸੀ। ਉਸਨੇ ਯਿਸੂ ਲਈ ਰਾਹ ਤਿਆਰ ਕੀਤਾ। ਜਦੋਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਤਾਂ ਪਹਿਲੀ ਗੱਲ ਜੋ ਉਸਨੇ ਕਹੀ ਉਹ ਸੀ, ਤੋਬਾ ਕਰੋ। ਆਓ ਅਸੀਂ ਮੱਤੀ ਅਧਿਆਇ 4 ਵਚਨ 17 ਉੱਤੇ ਜਾਈਏ। ਆਓ ਅਸੀਂ ਵਚਨ 17 ਵੇਖੀਏ। ਉਸੇ ਵੇਲੇ ਯਿਸੂ ਪ੍ਰਚਾਰ ਕਰਨ ਅਤੇ ਕਹਿਣ ਲੱਗਾ, ਭਈ ਤੋਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ। ਇਹਨਾਂ ਸ਼ਬਦਾਂ ਰਾਹੀਂ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਅਸੀਂ ਇਸ ਧਰਤੀ ਤੇ ਬਿਨਾਂ ਕਿਸੇ ਕਾਰਨ ਨਹੀਂ ਆਏ।
ਆਓ ਅਸੀਂ ਮਰਕੁਸ ਅਧਿਆਇ 6 ਉੱਤੇ ਜਾਈਏ। ਮਰਕੁਸ ਅਧਿਆਇ 6 ਵਚਨ 12 ਵਿੱਚ ਲਿਖਿਆ ਹੈ, ਤਾਂ ਉਹ ਬਾਹਰ ਜਾ ਕੇ ਪ੍ਰਚਾਰ ਕਰਨ ਲੱਗੇ। ਉਹਨਾਂ ਨੇ ਕੀ ਪ੍ਰਚਾਰ ਕੀਤਾ ਕਿ ਲੋਕ ਤੋਬਾ ਕਰਨ ਅਰ ਬਹੁਤ ਸਾਰਿਆਂ ਭੂਤਾਂ ਨੂੰ ਕੱਢ ਦਿੱਤਾ ਅਤੇ ਬਹੁਤ ਸਾਰੇ ਰੋਗੀਆਂ ਤੇ ਤੇਲ ਮਲ ਕੇ ਉਹਨਾਂ ਨੂੰ ਚੰਗਾ ਕੀਤਾ। ਪਹਿਲੇ ਚਰਚ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਘੋਸ਼ਣਾ ਕੀਤੀ, ਤੋਬਾ ਕਰੋ। ਯਿਸੂ ਨੇ ਇਹ ਵੀ ਘੋਸ਼ਣਾ ਕੀਤੀ, ਤੋਬਾ ਕਰੋ। ਜਦੋਂ ਚੇਲਿਆਂ ਨੇ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਤਾਂ ਉਹਨਾਂ ਨੇ ਕੀ ਘੋਸ਼ਣਾ ਕੀਤੀ? ਉਹਨਾਂ ਨੇ ਪ੍ਰਚਾਰ ਕੀਤਾ ਕਿ ਲੋਕਾਂ ਨੂੰ ਤੋਬਾ ਕਰਨੀ ਚਾਹੀਦੀ ਹੈ। ਫਿਰ ਤੋਬਾ ਕਰਨ ਦਾ ਕੀ ਮਤਲਬ ਹੈ? ਪਰਮੇਸ਼ਵਰ ਦੀਆਂ ਸੰਤਾਨਾਂ ਨੂੰ ਕੀ ਕਰਨਾ ਚਾਹੀਦਾ ਹੈ ਜੋ ਪਰਮੇਸ਼ਵਰ ਤੋਂ ਦੂਰ ਹੋ ਗਏ ਹਨ? ਇਹ ਲਿਖਿਆ ਹੈ, ਪਰਮੇਸ਼ਵਰ ਵੱਲ ਮੁੜੋ। ਸਾਡੇ ਸੰਸਾਰਿਕ ਲਾਲਚ ਦੇ ਕਾਰਨ ਸਾਡੇ ਦਿਲਾਂ ਨੇ ਸੰਸਾਰ ਦਾ ਪਾਲਣ ਕੀਤਾ ਅਤੇ ਪਰਮੇਸ਼ਵਰ ਤੋਂ ਦੂਰ ਹੋ ਗਏ। ਸਾਨੂੰ ਪਰਮੇਸ਼ਵਰ ਵੱਲ ਮੁੜਨਾ ਚਾਹੀਦਾ ਹੈ ਅਤੇ ਉਹਨਾਂ ਬਾਰੇ ਸੋਚਣਾ ਚਾਹੀਦਾ ਹੈ। ਇਸੇ ਲਈ ਪਰਮੇਸ਼ਵਰ ਨੇ ਪਰਬਾਂ ਨੂੰ ਨਿਯੁਕਤ ਕੀਤਾ। ਉਹਨਾਂ ਨੇ ਸਾਡੇ ਲਈ ਆਪਣੀਆਂ ਵਿਵਸਥਾਵਾਂ ਸਥਾਪਿਤ ਕੀਤੀਆਂ। ਤੋਬਾ ਉਹਨਾਂ ਸਾਰੇ ਬਲੀਦਾਨਾਂ ਵਿੱਚ ਸ਼ਾਮਲ ਹੈ ਜੋ ਪਰਮੇਸ਼ਵਰ ਨੂੰ ਚੜਾਏ ਜਾਂਦੇ ਹਨ। ਸਬਤ ਦਾ ਦਿਨ, ਸਾਹ, ਪਤੀਰੀ ਰੋਟੀ ਦਾ ਪਰਬ ਅਤੇ ਪਹਿਲੇ ਫਲਾਂ ਦਾ ਪਰਬ। 3 ਵਾਰ ਦੇ 7 ਪਰਬਾਂ ਵਿੱਚ ਪਛਤਾਤਾਪ ਮਿਲਦਾ ਹੈ। ਤੋਬਾ ਸਾਨੂੰ ਪਰਮੇਸ਼ਵਰ ਵੱਲ ਮੁੜਨ ਦਿੰਦੀ ਹੈ ਅਤੇ ਇਹ ਪਰਬਾਂ ਵਿੱਚ ਸ਼ਾਮਿਲ ਹੈ। ਇਸ ਲਈ ਜਦੋਂ ਅਸੀਂ ਪਰਮੇਸ਼ਵਰ ਦੀਆਂ ਵਿਵਸਥਾਵਾਂ ਦਾ ਪਾਲਣਾ ਕਰਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਆਪਣੇ ਮਨਾਂ ਨੂੰ ਪਰਮੇਸ਼ਵਰ ਵੱਲ ਮੋੜ ਕੇ ਤੋਬਾ ਕਰਦੇ ਹਾਂ। ਇਸ ਲਈ ਸਾਨੂੰ ਤੋਬਾ ਕਰਨ ਤੋਂ ਰੋਕਣ ਲਈ ਸ਼ੈਤਾਨ ਨੇ ਪਰਮੇਸ਼ਵਰ ਦੀਆਂ ਵਿਵਸਥਾਵਾਂ ਦਾ ਕੀ ਕੀਤਾ? ਸ਼ੈਤਾਨ ਨੇ ਪਰਮੇਸ਼ਵਰ ਦੀਆਂ ਵਿਵਸਥਾਵਾਂ ਨੂੰ ਮਨੁੱਖਾਂ ਦੇ ਨਿਯਮਾਂ ਵਿੱਚ ਬਦਲ ਦਿੱਤਾ। ਅਜਿਹੇ ਪਰਿਸ਼ਟ ਨਿਯਮਾਂ ਵਿੱਚ ਪਛਤਾਤਾਪ ਸ਼ਾਮਲ ਨਹੀਂ ਹੈ। ਆਓ ਅਸੀਂ 2 ਇਤਿਹਾਸ ਅਧਿਆਇ 30 ਉੱਤੇ ਜਾ ਕੇ ਪੁਸ਼ਟੀ ਕਰੀਏ ਕਿ ਪਰਮੇਸ਼ਵਰ ਦੀਆਂ ਵਿਵਸਥਾਵਾਂ ਸਾਨੂੰ ਵਾਪਿਸ ਪਰਮੇਸ਼ਵਰ ਵੱਲ ਲੈ ਜਾਂਦੀਆਂ ਹਨ ਅਤੇ ਤੋਬਾ ਉਹਨਾਂ ਵਿੱਚ ਸ਼ਾਮਿਲ ਹੈ। ਆਓ ਅਸੀਂ 2 ਇਤਿਹਾਸ ਅਧਿਆਇ 30 ਵਚਨ 6 ਦੇਖੀਏ। ਸੋ ਹਲਕਾਰੇ ਪਾਤਸ਼ਾਹ ਅਤੇ ਉਸਦੇ ਸਰਦਾਰਾਂ ਦੇ ਹੱਥਾਂ ਦੇ ਪਰਵਾਨੇ ਲੈ ਕੇ ਸਾਰੇ ਇਸਰਾਇਲ ਅਤੇ ਯਹੂਦਾ ਵਿੱਚ ਗਏ ਅਤੇ ਪਾਤਸ਼ਾਹ ਦੇ ਹੁਕਮ ਅਨੁਸਾਰ ਇਹ ਆਖਿਆ ਕਿ हे ਇਸਰਾਇਲੀਓ, ਤੁਸੀਂ ਯਹੋਵਾ ਵੱਲ ਮੁੜੋ। ਯਹੂਦਾ ਦੇ ਰਾਜ ਅਤੇ ਇਸਰਾਇਲ ਦੇ ਰਾਜ ਨੇ ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ। ਹਾਲਾਂਕਿ ਉਸ ਸਮੇਂ ਉਹ ਦੋਵੇਂ ਮੂਰਤੀ ਪੂਜਾ ਵੱਲ ਮੁੜ ਗਏ ਅਤੇ ਦੂਜੇ ਦੇਵਤਿਆਂ ਦੀ ਪੂਜਾ ਕੀਤੀ। ਇਸ ਲਈ ਪਰਮੇਸ਼ਵਰ ਨੇ ਰਾਜਾ ਹਿਜਕੀਯਾਹ ਨੂੰ ਇਹ ਸੰਦੇਸ਼ ਦੇਣ ਲਈ ਯਸਾਯਾਹ ਨਬੀ ਨੂੰ ਭੇਜਿਆ। ਰਾਜਾ ਹਿਜਕੀਯਾਹ ਨੇ ਕਿਰਪਾਪੂਰਨ ਪਸਾਹ ਨੂੰ ਸਵੀਕਾਰ ਕੀਤਾ ਅਤੇ ਦੱਖਣੀ ਯਹੂਦਾ ਅਤੇ ਉੱਤਰੀ ਇਸਰਾਇਲ ਨੂੰ ਪਸਾਹ ਮਨਾਉਣ ਲਈ ਇੱਕ ਚਿੱਠੀ ਭੇਜੀ। ਪੱਤਰ ਵਿੱਚ ਉਸਨੇ ਲਿਖਿਆ, ਪਰਮੇਸ਼ਵਰ ਵੱਲ ਮੁੜੋ। ਪਰਮੇਸ਼ਵਰ ਵੱਲ ਮੁੜਨ ਲਈ ਸਾਨੂੰ ਕੀ ਮੰਨਣਾ ਚਾਹੀਦਾ ਹੈ? ਪਰਮੇਸ਼ਵਰ ਵੱਲ ਮੁੜਨ ਦਾ ਮਾਰਗ ਪਸਾਹ ਮਨਾਉਣਾ ਹੈ। ਆਓ ਅਸੀਂ ਵਚਨ 9 ਨਾਲ ਜਾਰੀ ਰੱਖੀਏ। ਜੇ ਤੁਸੀਂ ਯਹੋਵਾ ਵੱਲ ਫੇਰ ਮੁੜੋ ਤਾਂ ਤੁਹਾਡੇ ਭਰਾ ਅਤੇ ਤੁਹਾਡੇ ਪੁੱਤਰ ਆਪਣੇ ਅਸੀਰ ਕਰਨ ਵਾਲਿਆਂ ਦੇ ਅੱਗੇ ਤਰਸਯੋਗ ਬਣਨਗੇ ਅਤੇ ਇਸ ਦੇਸ਼ ਵਿੱਚ ਫੇਰ ਮੁੜ ਆਉਣਗੇ, ਕਿਉਂ ਜੋ ਯਹੋਵਾ ਤੁਹਾਡਾ ਪਰਮੇਸ਼ਵਰ ਦਿਆਲੂ ਤੇ ਕਿਰਪਾਲੂ ਹੈ। ਉਹ ਆਪਣਾ ਮੂੰਹ ਤੁਹਾਥੋਂ ਨਹੀਂ ਫੇਰੇਗਾ ਜੇ ਤੁਸੀਂ ਉਹਦੀ ਵੱਲ ਮੁੜੋ। ਸੋ ਹਲਕਾਰੇ ਅਫਰਾਈਮ ਅਤੇ ਮਨੱਸ਼ੇ ਦੇ ਦੇਸ਼ ਵਿੱਚ ਸ਼ਹਿਰੋਂ ਸ਼ਹਿਰ ਘੁੰਮਦੇ ਹੋਏ ਜ਼ਬੂਲੂਨ ਤੀਕ ਆਪਣੇ, ਪਰ ਉਹ ਉਹਨਾਂ ਨੂੰ ਤੁੱਛ ਜਾਣ ਕੇ ਹੱਸਦੇ ਅਤੇ ਉਹਨਾਂ ਨੂੰ ਠੱਠੇ ਮਾਰਦੇ ਸਨ। ਜਦੋਂ ਰਾਜਾ ਹਿਜਕੀਯਾਹ ਨੇ ਸੰਦੇਸ਼ ਭੇਜਿਆ, ਪਰਮੇਸ਼ਵਰ ਵੱਲ ਮੁੜੋ, ਤਾਂ ਦੱਖਣੀ ਯਹੂਦਾ ਨੇ ਆਗਿਆ ਮੰਨੀ, ਪਰ ਉੱਤਰੀ ਇਸਰਾਇਲ ਨੇ ਉਹਨਾਂ ਹਲਕਾਰਿਆਂ ਦਾ ਮਜ਼ਾਕ ਉਡਾਇਆ ਜਿਨ੍ਹਾਂ ਨੇ ਉਹਨਾਂ ਨੂੰ ਤੋਬਾ ਕਰਨ ਅਤੇ ਪਰਮੇਸ਼ਵਰ ਕੋਲ ਵਾਪਸ ਜਾਣ ਲਈ ਕਿਹਾ ਸੀ। ਬਾਅਦ ਵਿੱਚ ਉੱਤਰੀ ਇਸਰਾਇਲ ਜਿਨ੍ਹਾਂ ਨੇ ਤੋਬਾ ਨਹੀਂ ਕੀਤੀ, ਨਸ਼ਟ ਹੋ ਗਿਆ। ਦੱਖਣੀ ਯਹੂਦਾ ਲਈ ਜਿਨ੍ਹਾਂ ਨੇ ਤੋਬਾ ਕੀਤੀ, ਪਰਮੇਸ਼ਵਰ ਨੇ ਆਪਣੀ ਕਿਰਪਾ ਪ੍ਰਦਾਨ ਕੀਤੀ ਅਤੇ ਇੱਕ ਰਾਤ ਵਿੱਚ 1,85,000 ਅਸ਼ੂਰੀ ਸੈਨਿਕਾਂ ਨੂੰ ਨਸ਼ਟ ਕਰ ਦਿੱਤਾ।
유월절을 지킨다는 ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਪਸਾਹ ਮਨਾਉਣਾ ਤੋਬਾ ਦਾ ਕੰਮ ਹੈ। ਪਰਮੇਸ਼ਵਰ ਦੇ ਸਾਰੇ ਨਿਯਮਾਂ ਅਤੇ ਹੁਕਮਾਂ ਵਿੱਚ ਪਰਮੇਸ਼ਵਰ ਵੱਲ ਮੁੜਨ ਅਰਥਾਤ ਤੋਬਾ ਕਰਨ ਦਾ ਅਰਥ ਹੈ। 회개한다는 이와 같은 그 의미를 그 속에 전부 담고 있습니다. ਆਓ ਅਸੀਂ ਮਲਾਕੀ ਦੀ ਕਿਤਾਬ ਅਧਿਆਇ 3 ਨਾਲ ਜਾਰੀ ਰੱਖੀਏ। ਮਲਾਕੀ ਅਧਿਆਇ 3 ਵਚਨ 7 ਵਿੱਚ ਪਰਮੇਸ਼ਵਰ ਕਹਿੰਦੇ ਹਨ, ਆਪਣੇ ਪਿਓ ਦਾਦਿਆਂ ਦੇ ਦਿਨਾਂ ਤੋਂ ਮੇਰੀਆਂ ਵਿਧੀਆਂ ਤੋਂ ਬੇਮੁਖ ਹੁੰਦੇ ਆਏ ਹੋ, ਤੁਸੀਂ ਉਹਨਾਂ ਦੀ ਪਾਲਣਾ ਨਹੀਂ ਕੀਤੀ। ਤੁਸੀਂ ਮੇਰੀ ਵੱਲ ਮੁੜੋ। 내게로 돌아오라 하고 했습니다. ਮੇਰੇ ਵੱਲ ਮੁੜੋ ਦਾ ਮਤਲਬ ਹੈ ਤੋਬਾ ਕਰੋ। 뜻이 되겠습니다. ਭਾਵੇਂ ਇਸ ਨੂੰ ਥੋੜਾ ਵੱਖਰੇ ਢੰਗ ਨਾਲ ਦਰਸਾਇਆ ਗਿਆ ਹੈ, ਪਰ ਇਸ ਦਾ ਅਰਥ ਇੱਕੋ ਅਰਥ ਹੈ। ਤਾਂ ਮੈਂ ਤੁਹਾਡੀ ਵੱਲ ਮੁੜਾਂਗਾ, ਸੈਨਾਵਾਂ ਦਾ ਯਹੋਵਾ ਆਖਦਾ ਹੈ। ਪਰ ਤੁਸੀਂ ਆਖਦੇ ਹੋ, ਅਸੀਂ ਕਿਹੜੀ ਗੱਲ ਵਿੱਚ ਮੁੜੀਏ? 어떻게 하여야 돌아가리까? ਉਹ ਪਰਮੇਸ਼ਵਰ ਨੂੰ ਪੁੱਛ ਰਹੇ ਹਨ, ਅਸੀਂ ਕਿਸ ਗੱਲ ਵਿੱਚ ਮੁੜੀਏ? 이제 하나님께 반문합니다. ਆਓ ਅਸੀਂ ਵਚਨ 8 ਵੇਖੀਏ। ਕੀ ਕੋਈ ਆਦਮੀ ਪਰਮੇਸ਼ਵਰ ਨੂੰ ਠੱਗੇਗਾ? ਪਰ ਤੁਸੀਂ ਮੈਨੂੰ ਠੱਗ ਲਿਆ ਅਤੇ ਤੁਸੀਂ ਆਖਦੇ ਹੋ, ਕਿਹੜੀ ਗੱਲ ਵਿੱਚ ਅਸਾਂ ਤੈਨੂੰ ਠੱਗ ਲਿਆ? ਦਸਵੰਧਾਂ ਅਤੇ ਭੇਟਾਂ ਵਿੱਚ ਤੁਸੀਂ ਸਰਾਪੀਆਂ ਦੇ ਸਰਾਪੀ ਹੋਏ। ਤੁਸੀਂ ਮੈਨੂੰ ਠੱਗਦੇ ਹੋ, ਸਗੋਂ ਸਾਰੀ ਕੌਮ ਵੀ। ਸਾਰੇ ਦਸਵੰਧ ਮੇਰੇ ਮੋਦੀ ਖਾਨੇ ਵਿੱਚ ਲਿਆਓ ਤਾਂ ਜੋ ਮੇਰੇ ਭਵਨ ਵਿੱਚ ਭੋਜਨ ਹੋਵੇ ਅਤੇ ਉਸੇ ਨਾਲ ਮੈਨੂੰ ਜ਼ਰਾ ਪਰਤਾਓ। ਸੈਨਾਵਾਂ ਦਾ ਯਹੋਵਾ ਆਖਦਾ ਹੈ ਕਿ ਮੈਂ ਤੁਹਾਡੇ ਲਈ ਆਕਾਸ਼ ਦੀਆਂ ਖਿੜਕੀਆਂ ਖੋਲਦਾ ਹਾਂ ਕਿ ਨਹੀਂ ਪਈ ਤੁਹਾਡੇ ਲਈ ਬਰਕਤ ਵਰਾਵਾਂ। ਪਰਮੇਸ਼ਵਰ ਵੱਲ ਮੁੜੋ। ਇਹ ਅਰਥ ਪਰਮੇਸ਼ਵਰ ਦੇ ਹੁਕਮਾਂ ਵਿੱਚ ਸ਼ਾਮਿਲ ਹੈ। ਦੂਜੇ ਸ਼ਬਦਾਂ ਵਿੱਚ ਇਹ ਤੋਬਾ ਹੈ। ਕੀ ਇਸ ਲਈ ਪਰਮੇਸ਼ਵਰ ਨੇ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਦਾ ਪਾਲਣ ਕਰਨ ਲਈ ਹੁਕਮ ਨਹੀਂ ਦਿੱਤਾ? ਜੋ ਪਰਮੇਸ਼ਵਰ ਦੀਆਂ ਸਿੱਖਿਆਵਾਂ ਦੀ ਉਲੰਘਣਾ ਕਰਦੇ ਹਨ, ਇਹ ਉਹ ਹਨ ਜਿਨ੍ਹਾਂ ਨੇ ਤੋਬਾ ਨਹੀਂ ਕੀਤੀ ਹੈ। ਜੋ ਪਰਮੇਸ਼ਵਰ ਦੀਆਂ ਸਿੱਖਿਆਵਾਂ ਦਾ ਪਾਲਣ ਕਰਦੇ ਹਨ, ਇਹ ਉਹ ਹਨ ਜਿਨ੍ਹਾਂ ਨੇ ਤੋਬਾ ਕੀਤੀ ਹੈ। ਇਹ ਅਰਥ ਪਰਮੇਸ਼ਵਰ ਦੇ ਹੁਕਮਾਂ ਵਿੱਚ ਸ਼ਾਮਿਲ ਹੈ। ਇਸ ਲਈ ਜਦੋਂ ਪਰਮੇਸ਼ਵਰ ਇਸ ਯੁੱਗ ਵਿੱਚ ਇਸ ਧਰਤੀ ਉੱਤੇ ਆਏ ਤਾਂ ਪਰਮੇਸ਼ਵਰ ਨੇ ਨਵੇਂ ਨੇਮ ਦੀਆਂ ਵਿਵਸਥਾਵਾਂ ਨੂੰ ਦੁਬਾਰਾ ਸਥਾਪਿਤ ਕੀਤਾ ਜੋ ਨਸ਼ਟ ਹੋ ਗਈ ਸੀ, ਤਾਂ ਜੋ ਮਨੁੱਖ ਜਾਤੀ ਤੋਬਾ ਕਰ ਸਕੇ। ਜੋ ਲੋਕ ਉਹਨਾਂ ਦੀਆਂ ਸਿੱਖਿਆਵਾਂ ਨੂੰ ਸਵੀਕਾਰ ਕਰਦੇ ਹਨ, ਇਹ ਉਹ ਹਨ ਜਿਨ੍ਹਾਂ ਨੇ ਤੋਬਾ ਕੀਤੀ ਹੈ, ਅਤੇ ਜੋ ਉਹਨਾਂ ਦੀਆਂ ਸਿੱਖਿਆਵਾਂ ਨੂੰ ਸਵੀਕਾਰ ਨਹੀਂ ਕਰਦੇ, ਇਹ ਉਹ ਹਨ ਜਿਨ੍ਹਾਂ ਨੇ ਤੋਬਾ ਨਹੀਂ ਕੀਤੀ ਹੈ। ਇਹੀ ਕਾਰਨ ਹੈ ਕਿ ਮੱਤੀ ਅਧਿਆਇ 7 ਵਿੱਚ ਯਿਸੂ ਕਹਿੰਦੇ ਹਨ, ਨਾ ਹਰੇਕ ਜਿਹੜਾ ਮੈਨੂੰ ਪ੍ਰਭ ਪ੍ਰਭ ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਵੜੇਗਾ, ਬਲਕਨ ਉਹ ਜੋ ਮੇਰੇ ਸੁਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ। ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭ ਹੇ ਪ੍ਰਭ, ਕੀ ਅਸਾਂ ਤੇਰਾ ਨਾਮ ਲੈ ਕੇ ਅਗਮ ਵਾਕ ਨਹੀਂ ਕੀਤਾ, ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ, ਅਤੇ ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀ? ਤਦ ਮੈਂ ਉਹਨਾਂ ਨੂੰ ਸਾਫ਼ ਆਖਾਂਗਾ, ਭਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਉਹ ਕੌਣ ਹਨ? ਹੇ ਬੁਰਿਆਰੋ। ਯਿਸੂ ਦੇ ਕਹਿਣ ਦਾ ਮਤਲਬ ਸੀ, ਹੇ ਮਨ ਨਾ ਮੋੜਨ ਵਾਲਿਓ, ਮੇਰੇ ਕੋਲੋਂ ਚਲੇ ਜਾਓ। ਪਰਮੇਸ਼ਵਰ ਦੇ ਨਿਯਮਾਂ ਵਿੱਚ ਤੋਬਾ ਸ਼ਾਮਿਲ ਹੈ। ਕਿ ਇਸੇ ਕਾਰਨ ਪੁਰਾਣੇ ਨੇਮ ਦੇ ਸਮੇਂ ਵਿੱਚ ਹਰ ਪਰਬ, ਹਰ ਸਬਤ ਅਤੇ ਹਰ ਹੋਮ ਬਲੀ ਲਈ ਇੱਕ ਪਸ਼ੂ ਦੇ ਲਹੂ ਨੂੰ ਬਲੀਦਾਨ ਦੇ ਰੂਪ ਵਿੱਚ ਨਹੀਂ ਚੜਾਇਆ ਜਾਂਦਾ ਸੀ। ਜਾਨਵਰ ਦਾ ਲਹੂ ਕੀ ਦਰਸਾਉਂਦਾ ਹੈ? ਕੀ ਇਹ ਸਲੀਬ ਉੱਤੇ ਯਿਸੂ ਮਸੀਹ ਦੇ ਬਲੀਦਾਨ ਨੂੰ ਨਹੀਂ ਦਰਸਾਉਂਦਾ? ਪਰਬਾਂ ਅਤੇ ਹਰੇਕ ਆਰਾਧਨਾ ਸੇਵਾਵਾਂ ਦੁਆਰਾ ਸਾਨੂੰ ਇਹ ਸੋਚਣਾ ਚਾਹੀਦਾ ਹੈ, ਸਵਰਗੀ ਪਿਤਾ ਅਤੇ ਮਾਤਾ ਨੇ ਮੇਰੇ ਪਾਪਾਂ ਦੇ ਕਾਰਨ ਅਜਿਹੇ ਬਲੀਦਾਨ ਦਾ ਜੀਵਨ ਬਤੀਤ ਕੀਤਾ। ਕੇਵਲ ਤਦ ਹੀ ਸਾਡੇ ਦਿਲ ਸੰਸਾਰ ਅਤੇ ਸੰਸਾਰਿਕ ਇੱਛਾਵਾਂ ਤੋਂ ਪਰਮੇਸ਼ਵਰ ਅਤੇ ਸਵਰਗ ਦੇ ਰਾਜ ਵੱਲ ਮੁੜ ਸਕਦੇ ਹਨ। ਅਸੀਂ ਪਹਿਲਾਂ ਹੀ ਸਵਰਗ ਵਿੱਚ ਪਾਪ ਕਰ ਚੁੱਕੇ ਹਾਂ। ਇਸ ਤਰ੍ਹਾਂ ਸਾਨੂੰ ਇਸ ਧਰਤੀ ਤੇ ਸੰਸਾਰਿਕ ਲਾਲਚ ਕਾਰਨ ਪਰਮੇਸ਼ਵਰ ਅਤੇ ਉਹਨਾਂ ਦੀਆਂ ਸਿੱਖਿਆਵਾਂ ਤੋਂ ਦੂਰ ਨਹੀਂ ਹੋਣਾ ਚਾਹੀਦਾ। ਮੈਂ ਆਸ ਕਰਦਾ ਹਾਂ ਕਿ ਅਸੀਂ ਇਸ ਸਮੇਂ ਦੀ ਕਿਰਪਾ ਪੂਰਨ ਰੂਪ ਨਾਲ ਵਰਤੋਂ ਕਰ ਸਕਦੇ ਹਾਂ ਤਾਂ ਜੋ ਅਸੀਂ ਪਰਮੇਸ਼ਵਰ ਦੇ ਨੇੜੇ ਜਾ ਸਕੀਏ। ਆਓ ਅਸੀਂ ਮਰਕੁਸ ਦੀ ਇੰਜੀਲ ਦੇ ਅਧਿਆਇ 1 ਵਚਨ 15 ਦੇਖੀਏ। ਮਰਕੁਸ ਅਧਿਆਇ 1 ਵਚਨ 15।
ਸਮਾਂ ਪੂਰਾ ਹੋਇਆ ਅਤੇ ਪਰਮੇਸ਼ਵਰ ਦਾ ਰਾਜ ਨੇੜੇ ਆ ਗਿਆ ਹੈ। ਸਾਨੂੰ ਕੀ ਕਰਨਾ ਚਾਹੀਦਾ ਹੈ? ਤੋਬਾ ਕਰੋ ਅਤੇ ਸਾਨੂੰ ਹੋਰ ਕੀ ਕਰਨਾ ਚਾਹੀਦਾ ਹੈ? ਖੁਸ਼ਖਬਰੀ ਉੱਤੇ ਪ੍ਰਤੀਤ ਕਰੋ। ਕੀ ਖੁਸ਼ਖਬਰੀ ਨਵਾਂ ਨੇਮ ਨਹੀਂ ਹੈ? ਤੋਬਾ ਕਰਨ ਦਾ ਤਰੀਕਾ ਨਵੇਂ ਨੇਮ ਦੀਆਂ ਸਾਰੀਆਂ ਸੱਚਾਈਆਂ ਵਿੱਚ ਸ਼ਾਮਲ ਹੈ, ਜਿਵੇਂ ਕਿ ਇਹ 2 ਇਤਿਹਾਸ ਅਧਿਆਏ 30 ਅਤੇ ਮਲਾਕੀ ਅਧਿਆਏ 3 ਵਿੱਚ ਲਿਖਿਆ ਗਿਆ ਹੈ। ਜੇਕਰ ਅਸੀਂ ਪਰਮੇਸ਼ਵਰ ਨੂੰ ਪੁੱਛਦੇ ਹਾਂ ਅਸੀਂ ਕਿਵੇਂ ਪਰਮੇਸ਼ਵਰ ਵੱਲ ਮੁੜ ਸਕਦੇ ਹਾਂ, ਤਾਂ ਪਰਮੇਸ਼ਵਰ ਜਵਾਬ ਦੇਣਗੇ, ਮੇਰੇ ਨਿਯਮਾਂ ਦੁਆਰਾ ਮੇਰੇ ਕੋਲ ਵਾਪਸ ਆਓ। ਪਰਮੇਸ਼ਵਰ ਦੇ ਨਿਯਮਾਂ ਵਿੱਚ ਕੀ ਹੈ? ਮੈਂ ਅਜਿਹਾ ਕਰਨ ਦੇ ਯੋਗ ਨਹੀਂ ਸੀ, ਪਰ ਹੁਣ ਤੋਂ ਮੈਂ ਉਹਨਾਂ ਦਾ ਪਾਲਣ ਕਰਾਂਗਾ। ਮੈਂ ਪਰਮੇਸ਼ਵਰ ਦੀ ਮਰਜ਼ੀ ਮੰਨਾਂਗਾ। ਮੈਂ ਪਰਮੇਸ਼ਵਰ ਦੇ ਵਚਨਾਂ ਨੂੰ ਆਪਣੇ ਦਿਲ ਵਿੱਚ ਉਕਰਾਂਗਾ। ਮੈਂ ਪਰਮੇਸ਼ਵਰ ਦੀ ਮਰਜ਼ੀ ਦਾ ਪਾਲਣ ਕਰਾਂਗਾ। ਅਜਿਹੇ ਵਾਅਦੇ ਪਰਮੇਸ਼ਵਰ ਦੇ ਨਿਯਮਾਂ ਵਿੱਚ ਸ਼ਾਮਲ ਹਨ। ਫਿਰ ਇਸਤਰੀ ਦੀ ਬਾਕੀ ਸੰਤਾਨ, ਜੋ ਆਖਰੀ ਯੁੱਗ ਵਿੱਚ ਸ਼ੈਤਾਨ ਦੇ ਵਿਰੁੱਧ ਖੜੀ ਹੁੰਦੀ ਹੈ, ਕੀ ਮੰਨਦੀ ਹੈ? ਉਹ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨਦੀ ਹੈ। ਨਾਲ ਹੀ ਆਖਰੀ ਸੰਤ ਜਿਨ੍ਹਾਂ ਨੇ ਧਰਤੀ ਉੱਤੇ ਬਚਾਇਆ ਜਾਣਾ ਹੈ, ਉਹ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ। ਕਿਉਂਕਿ ਪਰਮੇਸ਼ਵਰ ਦੇ ਹੁਕਮਾਂ ਵਿੱਚ ਤੋਬਾ ਕਰਨ ਦਾ ਮਤਲਬ ਹੈ। ਇਸ ਲਈ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਜਿਨ੍ਹਾਂ ਨੇ ਤੋਬਾ ਕੀਤੀ ਹੈ ਉਹ ਜਿੱਥੇ ਕਿਤੇ ਵੀ ਪਰਮੇਸ਼ਵਰ ਜਾਂਦੇ ਹਨ, ਉਹ ਉਹਨਾਂ ਦੇ ਪਿੱਛੇ ਜਾਂਦੇ ਹਨ ਅਤੇ ਉਹਨਾਂ ਦੀਆਂ ਸਾਰੀਆਂ ਸਿੱਖਿਆਵਾਂ ਦਾ ਪਾਲਣ ਕਰਦੇ ਹਨ। ਸਾਰੇ ਲੋਕੋ, ਅਸੀਂ ਅਕਸਰ ਇਹ ਕਹਿੰਦੇ ਹੋਏ ਨਵੇਂ ਨੇਮ ਬਾਰੇ ਹਲਕੇ ਢੰਗ ਨਾਲ ਸੋਚਦੇ ਹਾਂ। ਅਸੀਂ ਸਬਤ ਦਾ ਦਿਨ ਅਤੇ ਪਸਾਹ ਮਨਾਉਂਦੇ ਹਾਂ। ਅਸੀਂ 3 ਵਾਰ ਵਿੱਚ 7 ਪਰਬਾਂ ਨੂੰ ਮਨਾਉਂਦੇ ਹਾਂ ਅਤੇ ਅਸੀਂ ਨਵੇਂ ਨੇਮ ਦੇ ਨਿਯਮਾਂ ਦੀ ਪਾਲਣਾ ਕਰਦੇ ਹਾਂ। ਅਜਿਹਾ ਲੱਗ ਸਕਦਾ ਹੈ ਕਿ ਅਸੀਂ ਸਿਰਫ ਵਿਵਸਥਾ ਦੀ ਪਾਲਣਾ ਕਰ ਰਹੇ ਹਾਂ, ਪਰ ਕੀ ਮਸੀਹ ਦਾ ਲਹੂ ਹਰ ਸਬਤ ਅਤੇ ਹਰ ਪਰਬ ਵਿੱਚ ਸ਼ਾਮਲ ਨਹੀਂ ਹੈ? ਸਾਨੂੰ ਹਮੇਸ਼ਾ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਦੇ ਬਲੀਦਾਨ ਬਾਰੇ ਸੋਚਣਾ ਚਾਹੀਦਾ ਹੈ ਅਤੇ ਆਪਣੇ ਦਿਲਾਂ ਵਿੱਚ ਇਰਾਦਾ ਉਕਾਰਨਾ ਚਾਹੀਦਾ ਕਿ ਸਾਨੂੰ ਉਹਨਾਂ ਦੀ ਕਿਰਪਾ ਨਾਲ ਕਦੇ ਧੋਖਾ ਨਹੀਂ ਕਰਨਾ ਚਾਹੀਦਾ। ਇਹ ਨਵੇਂ ਨੇਮ ਦੀ ਸੱਚਾਈ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਪਸਾਹ ਦੇ ਦਿਨ ਤੇ ਯਿਸੂ ਨੇ ਇਹ ਰੋਟੀ ਅਤੇ ਦਾਖਰਸ ਦਿੱਤਾ, ਇਹ ਮੇਰਾ ਸਰੀਰ ਹੈ ਅਤੇ ਮੇਰਾ ਲਹੂ ਹੈ ਜੋ ਤੁਹਾਡੇ ਲਈ ਦਿੱਤਾ ਗਿਆ ਹੈ। ਪਰਮੇਸ਼ਵਰ ਨੇ ਆਪਣਾ ਮਾਂਸ ਫਾੜਿਆ ਅਤੇ ਸਾਡੇ ਲਈ ਆਪਣਾ ਲਹੂ ਵਹਾਇਆ। ਸਾਨੂੰ ਇਸ ਤੱਥ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ, ਪਰ ਇਸ ਨੂੰ ਹਰ ਸਾਲ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਨਾਲ ਹੀ ਪਰਮੇਸ਼ਵਰ ਸਾਨੂੰ ਯਾਦ ਰੱਖਣ ਲਈ ਕਹਿੰਦੇ ਹਨ ਕਿ ਸਬਤ ਦੇ ਦਿਨ ਤੇ ਲੇਲੇ ਦਾ ਬਲੀਦਾਨ ਅਤੇ ਨਿਯਮਤ ਹੋਮ ਬਲੀ ਵੀ ਉਹਨਾਂ ਦੇ ਬਲੀਦਾਨ ਨੂੰ ਦਰਸਾਉਂਦੀ ਹੈ। ਸਾਨੂੰ ਆਰਾਧਨਾ ਦਾ ਅਰਥ ਸਮਝਣਾ ਚਾਹੀਦਾ ਹੈ। ਇਸ ਸਮੇਂ ਕਿਸ ਦਾ ਬਲੀਦਾਨ ਹੋਇਆ? ਭਵਿੱਖਬਾਣੀ ਦੇ ਅਨੁਸਾਰ ਸਵੇਰੇ ਅਤੇ ਦੁਪਹਿਰ ਨੂੰ ਨਿਯਮਤ ਰੂਪ ਨਾਲ ਹੋਮ ਬਲੀ ਲਈ ਯਿਸੂ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਸਲੀਬ ਤੇ ਚੜਾਇਆ ਗਿਆ ਸੀ, ਹੈ ਨਾ? ਸਾਨੂੰ ਉਹਨਾਂ ਦੇ ਬਲੀਦਾਨ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ, ਹੈ ਨਾ? ਉਹਨਾਂ ਦੇ ਬਲੀਦਾਨ ਅਤੇ ਦਰਦ ਤੋਂ ਬਿਨਾਂ ਸਾਨੂੰ ਕਦੇ ਵੀ ਪਾਪਾਂ ਦੀ ਮਾਫੀ ਨਹੀਂ ਮਿਲ ਸਕਦੀ। ਇਸ ਲਈ ਸਾਨੂੰ ਹਰ ਪਲ ਹਰ ਆਰਾਧਨਾ ਵਿੱਚ ਉਹਨਾਂ ਦੀ ਕਿਰਪਾ ਲਈ ਉਸਤਤ ਕਰਨੀ ਚਾਹੀਦੀ ਹੈ ਅਤੇ ਧੰਨਵਾਦ ਦੇਣ ਦੀ ਪ੍ਰਾਰਥਨਾ ਚੜਾਉਣੀ ਚਾਹੀਦੀ ਹੈ। ਅਸੀਂ ਸਵਰਗ ਵਿੱਚ ਪਾਪ ਕੀਤੇ ਹਨ ਅਤੇ ਫਿਰ ਵੀ ਇਸ ਧਰਤੀ ਤੇ ਪਾਪ ਕਰਦੇ ਹਾਂ। ਇਸ ਤੋਂ ਇਲਾਵਾ ਅਸੀਂ ਅਜਿਹਾ ਦਿਖਾਵਾ ਕਰਦੇ ਹਾਂ ਜਿਵੇਂ ਅਸੀਂ ਧਰਮੀ ਹਾਂ। ਅਜਿਹਾ ਕਰਦੇ ਹੋਏ ਅਸੀਂ ਸਵਰਗੀ ਪਿਤਾ ਅਤੇ ਮਾਤਾ ਤੇ ਹੋਰ ਬੋਝ ਪਾਉਣ ਦੀ ਮੂਰਖਤਾ ਕਰਦੇ ਰਹਿੰਦੇ ਹਾਂ। ਆਰਾਧਨਾ ਸੇਵਾ ਕੇਵਲ ਉਸਤਤ, ਪ੍ਰਾਰਥਨਾ ਅਤੇ ਪਰਮੇਸ਼ਵਰ ਦੇ ਵਚਨ ਦਾ ਸਮਾਂ ਨਹੀਂ ਹੈ। ਸਾਨੂੰ ਉਹਨਾਂ ਦੇ ਬਲੀਦਾਨ ਨੂੰ ਯਾਦ ਕਰਨਾ ਚਾਹੀਦਾ ਹੈ। ਅਤੀਤ ਵਿੱਚ ਪਰਮੇਸ਼ਵਰ ਨੂੰ ਸਾਡੇ ਪਾਪਾਂ ਲਈ ਆਪਣਾ ਲਹੂ ਵਹਾਉਣਾ ਪਿਆ ਸੀ। ਇਹ ਸਾਡੇ ਅਪਰਾਧਾਂ ਦੇ ਕਾਰਨ ਸੀ। ਇਸ ਤਰ੍ਹਾਂ ਸੋਚਦੇ ਹੋਏ ਸਾਨੂੰ ਆਪਣੇ ਆਪ ਨੂੰ ਸੋਚਣਾ ਚਾਹੀਦਾ ਹੈ ਅਤੇ ਆਤਮਿਕ ਦੁਨੀਆ ਵਿੱਚ ਆਪਣੇ ਆਪ ਨੂੰ ਵਧਾਉਣਾ ਚਾਹੀਦਾ ਹੈ।
하나님은 ਪਰਮੇਸ਼ਵਰ ਸ਼ੁਰੂ ਤੋਂ ਅੰਤ ਜਾਣਦੇ ਹਨ ਅਤੇ ਉਹ ਸਵਰਗ ਅਤੇ ਇਸ ਧਰਤੀ ਉੱਤੇ ਸਭ ਕੁਝ ਜਾਣਦੇ ਹਨ। ਇਸ ਲਈ ਜੇਕਰ ਅਸੀਂ ਧਰਮੀ ਹੋਣ ਅਤੇ ਪਾਪ ਤੋਂ ਬਿਨਾਂ ਹੋਣ ਦਾ ਦਾਅਵਾ ਕਰਦੇ ਹਾਂ ਤਾਂ ਅਸੀਂ ਪਰਮੇਸ਼ਵਰ ਨੂੰ ਝੂਠਾ ਬਣਾਉਂਦੇ ਹਾਂ। 하나님을 거짓말하시는 분으로 만드는 것이다। ਇਸ ਬਾਰੇ ਪਰਮੇਸ਼ਵਰ ਸਾਨੂੰ ਬਾਈਬਲ ਰਾਹੀਂ ਗਵਾਹੀ ਦਿੰਦੇ ਹਨ। ਮੇਰੀ ਜ਼ਿੰਦਗੀ ਇੰਨੀ ਥਕਾਊ ਕਿਉਂ ਹੈ? ਇਹ ਸਾਡੇ ਪਾਪਾਂ ਕਰਕੇ ਹੈ। ਅਸੀਂ ਇਸ ਤਰ੍ਹਾਂ ਦੇ ਦੁੱਖਾਂ ਦੇ ਯੋਗ ਹਾਂ ਕਿਉਂਕਿ ਅਸੀਂ ਪਾਪੀ ਹਾਂ। ਪਰ ਪਰਮੇਸ਼ਵਰ ਨੇ ਸਾਨੂੰ ਪਾਪੀਆਂ ਦੇ ਜੀਵਨ ਦੀ ਬਜਾਏ ਸ਼ਾਂਤਮਈ ਪਲਾਂ ਦੀ ਇਜਾਜ਼ਤ ਦਿੱਤੀ। ਕਿਉਂਕਿ ਅਸੀਂ ਇਸ ਸ਼ਾਂਤੀਪੂਰਨ ਜੀਵਨ ਨੂੰ ਜੀ ਰਹੇ ਹਾਂ, ਇਸ ਲਈ ਅਸੀਂ ਸੋਚਦੇ ਹਾਂ ਕਿ ਅਸੀਂ ਪਾਪ ਤੋਂ ਰਹਿਤ ਹਾਂ। ਇਸ ਲਈ ਸਾਨੂੰ ਬਲੀਦਾਨ, ਦਰਦ ਅਤੇ ਦੁੱਖ ਦੀ ਲੋੜ ਹੈ। ਕੀ ਪਰਮੇਸ਼ਵਰ ਇਹ ਨਹੀਂ ਕਹਿੰਦੇ ਕਿ ਖੁਸ਼ਖਬਰੀ ਲਈ ਦੁੱਖ ਚੁੱਕਣਾ ਇੱਕ ਚੰਗਾ ਦੁੱਖ ਹੈ? ਇਹ ਮਹਿਸੂਸ ਕਰਨ ਦਾ ਸਮਾਂ ਹੈ ਕਿ ਅਸੀਂ ਕੌਣ ਹਾਂ, ਪਾਪੀ ਹਾਂ। ਆਓ ਅਸੀਂ ਇਹਨਾਂ ਨੂੰ ਆਪਣੇ ਦਿਲਾਂ ਤੇ ਉਕਰੀਏ, ਤੋਬਾ ਕਰੋ ਅਤੇ ਪਰਮੇਸ਼ਵਰ ਵੱਲ ਮੁੜੋ ਤਾਂ ਜੋ ਕੋਈ ਵੀ ਸਵਰਗ ਦੇ ਰਾਹ ਵਿੱਚ ਪਿੱਛੇ ਨਾ ਰਹਿ ਜਾਵੇ। ਇਹ ਆਸ ਕਰਦੇ ਹੋਏ ਕਿ ਸੀਯੋਨ ਦੇ ਸਾਰੇ ਪਰਿਵਾਰ ਦੇ ਮੈਂਬਰ ਪਾਪਾਂ ਦੀ ਮਾਫੀ ਪ੍ਰਾਪਤ ਕਰਨਗੇ ਅਤੇ ਸਵਰਗ ਵਿੱਚ ਵਾਪਸ ਜਾਣਗੇ। ਮੈਂ ਇਸ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।